ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਟਾਸਕ 2 ਦੀ। ਅਤੇ ਮੈਂ ਤੁਹਾਨੂੰ ਇਸ ਦੇ ਵਿੱਚ ਕੀ ਟਿਪਸ ਐਂਡ ਟ੍ਰਿਕਸ ਦੱਸੂੰਗੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਟਾਈਮ 'ਤੇ ਜਿਹੜਾ ਆਪਣਾ ਟਾਸਕ 2 ਕੰਪਲੀਟ ਕਰ ਸਕਦੇ ਹੋ, ਉਹ ਵੀ ਵਿਦ ਵੇਰੀਏਸ਼ਨ ਵੋਕੈਬ। ਠੀਕ ਹੈ, ਤਾਂ ਆਪਣੇ ਕੋਲ ਜਿਹੜਾ ਕੀ ਹੈ 8 ਟਾਈਪਸ ਦੇ ਟਾਸਕ ਹੈਗੇ ਨੇ। ਤਾਂ ਉਹਦੇ ਵਿੱਚ ਆਪਣੇ ਕੋਲ ਇੱਕ ਟਾਈਪ ਹੁੰਦੀ ਹੈ ਬੋਥ ਵਿਊਜ਼ ਐਂਡ ਗਿਵ ਯੂਅਰ ਓਨ ਓਪੀਨੀਅਨ। ਤਾਂ ਹਰ ਇੱਕ ਟਾਈਪ ਦਾ ਇੱਕ ਡਿਫਰੈਂਟ ਸਟਰਕਚਰ ਹੁੰਦਾ ਔਰ ਡਿਫਰੈਂਟ ਵੇ ਦੇ ਨਾਲ ਆਪਾਂ ਉਸਨੂੰ ਲਿਖਣਾ ਹੁੰਦਾ ਹੈ। ਜਿਹੜਾ ਆਪਣੇ ਕੋਲ ਬੋਥ ਵਿਊਜ਼ ਆ ਉਹਦੇ ਵਿੱਚ ਆਪਾਂ ਕੀ ਕਰਦੇ ਹੁੰਦੇ ਹਾਂ, ਦੋ ਡਿਫਰੈਂਟ ਵਿਊ ਹੁੰਦੇ ਆ ਲੋਕਾਂ ਦੇ। ਠੀਕ ਹੈ, ਤਾਂ ਉਹਨੂੰ 1 ਬਾਏ 1 ਡਿਸਕਸ ਕਰਨਾ ਹੁੰਦਾ ਐਂਡ ਦੈਨ ਕੀ ਤੁਸੀਂ ਕਨਕਲੂਜਨ ਦੇ ਵਿੱਚ ਆਪਣਾ ਓਪੀਨੀਅਨ ਦੇਣਾ ਹੁੰਦਾ। ਤਾਂ ਬੋਥ ਵਿਊਜ਼ ਦੇ ਐਸੇ ਜਦੋਂ ਵੀ ਤੁਸੀਂ ਲਿਖੋਗੇ, ਇੱਕ ਗੱਲ ਜ਼ਰੂਰ ਮਾਈਂਡ ਦੇ ਵਿੱਚ ਰੱਖਣੀ ਹੈ, ਕਦੇ ਵੀ ਇਸਨੂੰ ਨੈਗੇਟਿਵ ਵੇ ਦੇ ਨਾਲ ਨਹੀਂ ਲੈ ਕੇ ਜਾਈਦਾ। ਮਤਲਬ ਜੋ ਵੀ ਵਿਊ ਦਿੱਤਾ ਹੈਗਾ ਲੋਕਾਂ ਦਾ, ਉਹਨੂੰ ਤੁਸੀਂ ਪੋਜ਼ੀਟਿਵ ਹੀ ਕੰਸੀਡਰ ਕਰਨਾ ਔਰ ਕਿਉਂ ਲੋਕ ਉਹ ਵਿਊ ਦੇ ਰਹੇ ਹੈਗੇ ਉਹਦੇ ਪਿੱਛੇ ਦਾ ਰੀਜ਼ਨ ਦੱਸਣਾ। ਜਸਟ ਬਸ ਇਹ ਚੀਜ਼ ਨਹੀਂ ਕਰਨੀ ਕਿ ਲੋਕਾਂ ਨੇ ਜੋ ਵਿਊ ਦਿੱਤਾ ਹੈਗਾ ਉਹਨੂੰ ਤੁਸੀਂ ਨੈਗੇਟਿਵ ਕੰਸੀਡਰ ਕਰ ਦਿਓ ਕਿ ਨਹੀਂ ਇਹ ਨੈਗੇਟਿਵ ਚੀਜ਼ ਹੈਗੀ ਹੈ। ਠੀਕ ਹੈ, ਔਰ ਤੁਸੀਂ ਉਹਦਾ ਕੀ ਹੈ ਕੋਈ ਡਿਸਐਡਵਾਂਟੇਜ ਦੱਸ ਦਿਓ। ਠੀਕ ਹੈ, ਡਰੋਬੈਕ ਦੱਸੋ। ਇਹ ਚੀਜ਼ ਨਹੀਂ ਕਰਨੀ, ਹਮੇਸ਼ਾ ਉਸਦੇ ਪੋਜ਼ੀਟਿਵ ਪੁਆਇੰਟ ਹੀ ਦੇਈਦੇ ਹੁੰਦੇ ਆ। ਦੋਨੋਂ ਵਿਊਜ਼ ਨੂੰ ਤੁਸੀਂ ਪੋਜ਼ੀਟਿਵ ਵੇ ਦੇ ਨਾਲ ਲਿਖ ਕੇ ਉਸ ਤੋਂ ਬਾਅਦ ਕਨਕਲੂਜਨ ਦੇ ਵਿੱਚ ਤੁਸੀਂ ਦੱਸ ਦੇਣਾ ਹੈਗਾ ਕਿ ਠੀਕ ਹੈ ਚਾਹੇ ਦੋਨੋਂ ਹੀ ਪੋਜ਼ੀਟਿਵ ਨੇ, ਬਟ ਤੁਹਾਨੂੰ ਜਿਹੜਾ ਜ਼ਿਆਦਾ ਜ਼ਰੂਰੀ ਲੱਗਦਾ ਹੈਗਾ, ਠੀਕ ਹੈ, ਜਾਂ ਜ਼ਿਆਦਾ ਇੰਪੋਰਟੈਂਟ ਹੈ, ਉਹ ਤੁਸੀਂ ਲਿਖ ਸਕਦੇ ਹੁੰਦੇ ਆ। ਠੀਕ ਹੈ, ਕਨਕਲੂਜਨ ਦੇ ਵਿੱਚ ਇੱਕ ਤਾਂ ਇਹ ਹੋ ਗਿਆ ਕਿ ਤੁਸੀਂ ਇੱਕ ਨੈਗੇਟਿਵ ਨਹੀਂ ਕਰਨਾ ਕਿਸੇ ਵੀ ਵਿਊ ਨੂੰ। ਔਰ ਸੈਕਿੰਡ ਪੁਆਇੰਟ ਆਪਣੇ ਕੋਲ ਇਹ ਹੈਗਾ ਕਿ ਓਪੀਨੀਅਨ ਦੇਣ ਦੇ ਲਈ ਥਰਡ BP ਨਹੀਂ ਬਣਾਉਣਾ। ਠੀਕ ਹੈ, ਆਪਣਾ ਓਪੀਨੀਅਨ ਕਨਕਲੂਜਨ ਦੇ ਵਿੱਚ ਹੀ ਦੇਣਾ ਔਰ ਥੀਸੀ ਲਾਈਨ ਦੇ ਵਿੱਚ ਵੀ ਆਪਾਂ ਨਹੀਂ ਦਿੰਦੇ ਹੁੰਦੇ। ਠੀਕ ਹੈ, ਕਿਉਂਕਿ ਕਾਫੀ ਸਟੂਡੈਂਟ ਥੀਸੀ ਲਾਈਨ ਦੇ ਵਿੱਚ ਹੀ ਦੇ ਦਿੰਦੇ ਆ। ਜਿਹੜਾ ਡਿਸਕਸ ਬੋਥ ਵਿਊਜ਼ ਹੁੰਦਾ ਉਹਦਾ ਆਪਾਂ ਓਪੀਨੀਅਨ ਥੀਸੀ ਲਾਈਨ ਦੇ ਵਿੱਚ ਨਹੀਂ ਦਿੰਦੇ। ਇਹਦਾ ਵਿਊ ਜਿਹੜਾ ਆਪਣਾ ਦੇਣਾ ਹੁੰਦਾ ਆਪਣਾ ਓਪੀਨੀਅਨ, ਉਹ ਆਪਾਂ ਕਨਕਲੂਜਨ ਦੇ ਵਿੱਚ ਹੀ ਐਡ ਕਰਦੇ ਹੁੰਦੇ ਹਾਂ। ਓਕੇ, ਫਸਟ ਆਫ ਆਲ ਆਪਾਂ ਅੱਜ ਸਟਾਰਟ ਕਰਦੇ ਹੈਗੇ ਹਾਂ ਕਿ ਆਪਣੇ ਕੋਲ ਸਟੇਟਮੈਂਟ ਕੀ ਆ। ਤਾਂ ਪਹਿਲਾਂ ਕੀ ਆ, ਜਦੋਂ ਵੀ ਤੁਸੀਂ ਟਾਸਕ ਕਰਨਾ, ਤੁਹਾਨੂੰ ਟਾਸਕ ਮਿਲਦਾ, ਸਟੇਟਮੈਂਟ ਨੂੰ ਇੱਕ ਵਾਰ ਨਹੀਂ 2-3 ਵਾਰ ਪੜ੍ਹ ਲਓ ਤਾਂ ਜੋ ਤੁਹਾਨੂੰ ਉਹਦਾ ਫੁੱਲ ਟਾਸਕ ਰਿਸਪੌਂਸ। ਅਗਰ ਜੇ ਤੁਹਾਡਾ ਐਸੇ ਬਹੁਤ ਵਧੀਆ ਤਰੀਕੇ ਦੇ ਨਾਲ ਲਿਖਿਆ, ਮਤਲਬ ਫੁੱਲ ਵਕੈਬ ਪਾਈ ਹੋਈ ਹੈ, ਠੀਕ ਹੈ, ਵੇਰੀਏਸ਼ਨ ਨੇ, ਪਰ ਫਿਰ ਵੀ ਅਗਰ ਜੇ ਤੁਹਾਡਾ ਟਾਸਕ ਰਿਸਪੌਂਸ ਨਹੀਂ ਗਾ ਤਾਂ ਉਹ ਚੀਜ਼ ਕੀ ਆ ਤੁਹਾਡੇ ਸਕੋਰ 'ਤੇ ਇਫੈਕਟ ਕਰਦੀ ਹੈਗੀ ਹੈ। ਸੋ ਦੈਟ ਪਹਿਲਾਂ ਟਰਾਈ ਕਰੋ ਕਿ ਜਦੋਂ ਤੁਹਾਨੂੰ ਸਟੇਟਮੈਂਟ ਮਿਲਦੀ ਹੈ ਜਲਦੀ ਜਲਦੀ ਲਿਖੋ ਨਾ, ਉਹਨੂੰ ਇੱਕ ਵਾਰ ਦੇਖ ਲਓ, ਸਟੇਟਮੈਂਟ ਨੂੰ ਪੜ੍ਹ ਲਓ। ਅਗਰ ਇੱਕ ਵਾਰ 'ਚ ਸਮਝ ਨਹੀਂ ਆਉਂਦੀ 2 ਵਾਰ ਪੜ੍ਹ ਲਓ ਔਰ ਤੋੜ ਕੇ ਪੜ੍ਹ ਲਓ। ਠੀਕ ਹੈ, ਥੋੜ੍ਹੀ ਕਰਕੇ ਪੜ੍ਹ ਲਓ ਛੋਟੇ ਛੋਟੇ ਸੈਂਟੈਂਸ ਦੇ ਵਿੱਚ ਵੀ ਕੀ ਮੀਨਿੰਗ ਨਿਕਲਦਾ ਔਰ ਆਪਣੇ ਤੋਂ ਕੀ ਪੁੱਛ ਰਹੇ ਨੇ। ਠੀਕ ਹੈ, ਤਾਂ ਹੁਣ ਆਪਾਂ ਕੀ ਕਰਦੇ ਹੈਗੇ ਹਾਂ, ਸਮ ਪੀਪਲ ਥਿੰਕ ਦੈਟ ਕਿ ਕੁਛ ਲੋਕ ਕੀ ਹੈ ਇਹ ਸੋਚਦੇ ਹੈਗੇ ਆ ਆਲ ਯੂਨੀਵਰਸਿਟੀ ਸਟੂਡੈਂਟ ਸ਼ੁੱਡ ਸਟੱਡੀ ਵਾਟ ਐਵਰ ਦੇ ਲਾਈਕ। ਠੀਕ ਹੈ, ਕਿ ਹਰ ਇੱਕ ਜਿਹੜੇ ਮਤਲਬ ਸਟੂਡੈਂਟ ਹੈਗੇ ਆ ਉਹਨਾਂ ਨੂੰ ਕੀ ਚਾਹੀਦਾ, ਜਿਹੜੇ ਯੂਨੀਵਰਸਿਟੀ ਸਟੂਡੈਂਟ ਹੈ ਉਹਨਾਂ ਦਾ ਇਹ ਮਤਲਬ ਕਿ ਰਾਈਟ ਹੋਣਾ ਚਾਹੀਦਾ ਕਿ ਉਹ ਜੋ ਪੜ੍ਹਨਾ ਚਾਹੁੰਦੇ ਆ ਉਹ ਪੜ੍ਹ ਲੈਣ। ਠੀਕ ਹੈ, ਬਟ ਅਦਰ ਬਲੀਵ ਦੈਟ, ਜਿਹੜੇ ਹੋਰ ਆ ਉਹ ਕੀ ਬਲੀਵ ਕਰਦੇ ਆ, ਦੇ ਸ਼ੁੱਡ ਓਨਲੀ ਬੀ ਅਲਾਊਡ ਟੂ ਸਟੱਡੀ ਸਬਜੈਕਟ ਦੈਟ ਵਿਲ ਬੀ ਯੂਜ਼ਫੁਲ ਇਨ ਦਾ ਫਿਊਚਰ ਸਚ ਐਜ਼ ਦੋਜ਼ ਰਿਲੇਟਡ ਟੂ ਸਾਇੰਸ ਐਂਡ ਟੈਕਨੋਲੋਜੀ। ਤਾਂ ਦੂਸਰੇ ਵਿਊ ਪੁਆਇੰਟ ਦੇ ਵਿੱਚ ਇਹ ਚੀਜ਼ ਕਹੀ ਆ ਉਹਨਾਂ ਨੇ ਕਿ ਨਹੀਂ, ਉਹ ਮਤਲਬ ਇਹ ਵਾਲੇ ਜਿਹੜੇ ਪੜ੍ਹਨੇ ਚਾਹੀਦੇ ਆ ਸਬਜੈਕਟ ਜਿਹੜੇ ਕਿ ਫਿਊਚਰ ਦੇ ਲਈ ਉਹਨਾਂ ਦੇ ਲਈ ਬੈਨੀਫਿਸ਼ੀਅਲ ਹੋਣ। ਠੀਕ ਹੈ, ਜਿੱਦਾਂ ਕਿ ਸਾਇੰਸ ਹੋ ਗਿਆ ਜਾਂ ਟੈਕਨੋਲੋਜੀ ਹੋ ਗਈ। ਠੀਕ ਹੈ, ਡਿਸਕਸ ਬੋਥ ਥੀਸ ਵਿਊਜ਼ ਐਂਡ ਗਿਵ ਯੂਅਰ ਓਨ ਓਪੀਨੀਅਨ। ਦੋਨੋਂ ਹੀ ਵਿਊ ਡਿਸਕਸ ਕਰੋਗੇ। ਪਹਿਲੇ BP ਦੇ ਵਿੱਚ ਆਪਾਂ ਇਹ ਚੀਜ਼ ਦੱਸਣੀ ਹੈਗੀ ਆ ਕਿ ਕਿਉਂ ਲੋਕ ਕਹਿੰਦੇ ਆ ਕਿ ਆਪਾਂ ਜੋ ਮਤਲਬ ਮਨ ਹੋਵੇ ਸਟੂਡੈਂਟਸ ਦਾ ਉਹ ਸਟੂਡੈਂਟਸ ਪੜ੍ਹ ਲੈਣ। ਠੀਕ ਹੈ, ਔਰ ਸੈਕਿੰਡ ਵਿਊ ਦੇ ਵਿੱਚ ਤੁਸੀਂ BP ਦੇ ਵਿੱਚ ਦੱਸਣਾ ਹੈਗਾ ਰੀਜ਼ਨ ਕਿ ਕਿਉਂ ਲੋਕ ਕਹਿ ਰਹੇ ਹੈਗੇ ਕਿ ਸਾਇੰਸ ਔਰ ਟੈਕਨੋਲੋਜੀ ਹੀ ਪੜ੍ਹਨੀ ਜ਼ਰੂਰੀ ਹੈਗੀ ਹੈ। ਠੀਕ ਹੈ, ਦੋਨੋਂ ਵਿਊਜ਼ ਦੱਸੋਗੇ ਐਟ ਦਾ ਐਂਡ ਤੁਸੀਂ ਆਪਣਾ ਓਪੀਨੀਅਨ ਦੇ ਦੋਗੇ ਇੱਕ ਸੋਲਿਡ ਰੀਜ਼ਨ ਦੇ ਨਾਲ। ਪਹਿਲਾਂ ਤਾਂ ਆਪਾਂ ਕਰਦੇ ਹੁੰਦੇ ਹਾਂ ਰੀਫਰੇਜ਼। ਠੀਕ ਹੈ, ਰੀਫਰੇਜ਼ ਕੀ ਆ ਆਪਣੀ ਹਮੇਸ਼ਾ ਸੈਂਟੈਂਸ ਟੂ ਸੈਂਟੈਂਸ ਹੁੰਦੀ ਆ। ਕਦੀ ਵੀ ਨਹੀਂ ਟਰਾਈ ਕਰਨਾ ਕਿ ਤੁਸੀਂ ਵਰਡ ਟੂ ਵਰਡ ਕਰੋ। ਠੀਕ ਹੈ, ਸੈਂਟੈਂਸ ਟੂ ਸੈਂਟੈਂਸ ਕਰੋ। ਇਹਦੇ ਨਾਲ ਇੱਦਾਂ ਹੋ ਜਾਂਦਾ ਹੈਗਾ ਕਿਉਂਕਿ ਇਹ ਜਿੱਦਾਂ ਆਪਾਂ ਨੂੰ ਸਟੇਟਮੈਂਟ ਮਿਲੀ ਆ, ਜਿੱਦਾਂ ਹੁਣ ਆਪਣੇ ਕੋਲ ਇਹ ਸਟੇਟਮੈਂਟ ਹੈਗੀ ਆ, ਫੋਰ ਐਗਜ਼ਾਮਪਲ ਇਹਦੇ ਵਿੱਚ ਕੀ ਹੈ 30 ਵਰਡ ਨੇ। ਠੀਕ ਹੈ, ਔਰ ਇਹ ਨਹੀਂ ਹੈਗਾ ਕਿ 30 ਵਰਡਸ ਦੇ ਹੀ ਤੁਹਾਨੂੰ ਸਿਨੋਨਿਮ ਪਤਾ ਹੋਣ। ਠੀਕ ਹੈ, ਅਗਰ ਜੇ ਤੁਸੀਂ ਵਰਡ ਟੂ ਵਰਡ ਲਿਖ ਰਹੇ ਹੋ ਤਾਂ ਇਹ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਹਰ ਇੱਕ ਵਰਡ ਦਾ ਸਿਨੋਨਿਮ ਲਿਖੋ। ਠੀਕ ਹੈ, ਅਗਰ ਤੁਸੀਂ ਨਹੀਂ ਲਿਖਦੇ ਹੋ ਫਿਰ 5.5 'ਤੇ ਸਟਕ ਕਰਦੀ ਆ। ਬਟ ਅਗਰ ਤੁਸੀਂ ਇਹ ਤੁਹਾਨੂੰ ਸਿੰਪਲ ਸੈਂਟੈਂਸ ਆਇਆ ਹੈਗਾ ਬਟ ਤੁਸੀਂ ਉਹਨੂੰ ਸੈਂਟੈਂਸ ਹੀ ਚੇਂਜ ਕਰ ਦਿੱਤਾ ਹੈਗਾ, ਪੈਸਿਵ 'ਚ ਕਰ ਦਿੱਤਾ, ਕੰਪਲੈਕਸ 'ਚ ਕਰ ਦਿੱਤਾ। ਠੀਕ ਹੈ, ਫਿਰ ਤੁਸੀਂ ਇੱਕ ਦੇ ਵਰਡ ਦਾ ਕੋਈ ਸਿਨੋਨਿਮ ਨਹੀਂ ਵੀ ਲਿਖੋਗੇ, ਸੇਮ ਲਿਖ ਦੋਗੇ ਫਿਰ ਚੱਲ ਜਾਏਗਾ ਕਿਉਂਕਿ ਆਲਰੇਡੀ ਤੁਸੀਂ ਸੈਂਟੈਂਸ ਤਾਂ ਫੁੱਲ ਚੇਂਜ ਕਰ ਹੀ ਦਿੱਤਾ ਹੈਗਾ। ਠੀਕ ਹੈ, ਸੈਂਟੈਂਸ ਫਾਰਮੇਸ਼ਨ ਚੇਂਜ ਹੋ ਗਈ ਮੀਨਸ ਕਿ ਥੋੜੀ ਜਿਹੜੀ ਰੀਫਰੇਜ਼ ਹੋ ਗਈ ਆ। ਓਕੇ, ਤਾਂ ਪਹਿਲਾਂ ਆਪਾਂ ਕੀ ਕਰਦੇ ਹੈਗੇ ਆ ਰੀਫਰੇਜ਼। ਪਹਿਲਾਂ ਆਪਾਂ ਪੈਸਿਵ ਦੇ ਵਿੱਚ ਸੈਂਟੈਂਸ ਬਣਾਇਆ ਜਿੱਥੇ ਹੋਏਗਾ ਨਾ ਸਮ ਪੀਪਲ ਥਿੰਕ ਦੈਟ, ਤਾਂ ਉਹ ਚੀਜ਼ ਆਪਾਂ ਲਿਖੀ ਹੈਗੀ ਆ ਇਟ ਇਜ਼ ਕੰਸੀਡਰ ਬਾਏ ਸਮ ਪੀਪਲ, ਕਿ ਇਹ ਕੁਛ ਲੋਕਾਂ ਦੁਆਰਾ ਕੰਸੀਡਰ ਕੀਤਾ ਜਾਂਦਾ। ਠੀਕ ਹੈ, ਹੁਣ ਇਟ ਇਜ਼ ਕੰਸੀਡਰ ਲਿਖ ਦਿੱਤਾ ਜਿਹੜਾ ਥਿੰਕ ਹੈ। ਠੀਕ ਹੈ, ਥਿੰਕ ਹੁੰਦਾ ਸੋਚਣਾ ਔਰ ਆਪਾਂ ਜਿਹੜਾ ਮੰਨਦੇ ਹੈਗੇ। ਠੀਕ ਹੈ, ਕੰਸੀਡਰ ਹੁੰਦਾ ਮੰਨਣਾ। ਤਾਂ ਆਪਣੇ ਕੋਲ ਕੀ ਹੈਗਾ ਸਮ ਪੀਪਲ ਨੂੰ ਆਪਾਂ ਸੇਮ ਉੱਦਾਂ ਹੀ ਉਤਾਰ ਲਿੱਤਾ ਜਿੱਦਾਂ ਆਪਾਂ ਨੂੰ ਪਤਾ ਸੀਗਾ ਕਿ ਸਮ ਪੀਪਲ। ਫੋਰ ਐਗਜ਼ਾਮਪਲ ਅਗਰ ਤੁਹਾਨੂੰ ਨਹੀਂ ਆਉਂਦਾ ਇਹਦਾ ਸਮ ਪੀਪਲ ਦਾ ਅਗਰ ਲਿਖਣਾ ਤਾਂ ਤੁਸੀਂ ਫਿਊ ਇੰਡੀਵਿਜੂਅਲ ਲਿਖ ਸਕਦੇ ਆ, ਬਟ ਅਗਰ ਨਹੀਂ ਵੀ ਕਿਸੇ ਦਾ ਆਉਂਦਾ ਤੁਸੀਂ ਸੇਮ ਉਤਾਰ ਸਕਦੇ ਆ।
दैट द टेटरी लैवल स्टूडेंट्स शुड हैव द राइट टू फॉलो देयर फेवरेट कोर्स। ठीक है, पहला पैसिव सेंटेंस बना दिता, उस तो बाद दसता कि टैटरी लैवल हुंदा है यूनीवर्सिटी वाला लैवल। ठीक है, उस दे जिहड़े स्टूडेंट हैगे आ शुड हैव द राइट, उन्हां कोले राइट होना चाहिए, हक होना चाहिए टू फॉलो देयर फेवरेट कोर्स। ठीक है, हुण देखो जिहड़ा कि वॉट एवर दे लाइक नूं आपां की चेंज कर दिता फेवरेट कोर्स दे विच, कि जिहड़ा वो लाइक करते हैं वो मतलब फेवरेट हो गया उन्हों का कोर्सिस। ठीक है, तो उत्थे आपां नूं क्या सीगा कि स्टूडेंट्स की कर सकते हैं स्टडी, आपां कह दिता कि उन्हों का राइट हैगा फॉलो करने लई। ठीक है, कि उन्हों का हक है। उस तो बाद नैक्सट लाइन के आपा लिखा है वाइल। ठीक है, वाइल होंगे अपने को कनैक्टर, जो ऑलरेडी तुहानूं स्टेटमेंट के दिता है वाइल, फिर तुम हाउ एवर वेयर एज कर सकते हैं। ठीक है, यह मतलब होंगे कि हुण तुसीं एक डिफरेंट व्यू की गल करोगे, या डिफरेंट गल की मतलब गल करोगे अगे। ठीक है, वाइल अदर हैव कन्फ्लिक्टिंग व्यूज़ एंड ओपाइन दैट। ठीक है, कि कहते वाइल लगा के कहते कि नहीं होर जिहड़े लोग हैगे उन्हां दा कन्फ्लिक्टिंग है, कन्फ्लिक्टिंग हुंदा कॉन्ट्राडिक्ट। ठीक है, कि इस तो उल्ट व्यूज़ ने एंड ओपाइन दैट, वो होर की मनदे आ कि जिहड़े कॉलेजेस हैगे आ शुड टीच। हुण आपां स्टूडेंट्स की गल नहीं की, दूसरी लाइन के आप उन्होंने यही दस्सिया सीगा कि जिहड़े स्टूडेंट्स हैगे आ, ठीक है, अदर बिलीव दैट दे ओनली बी अलाउड टू स्टडी सब्जैक्ट दैट विल यूजफुल इन द फ्यूचर। ठीक है, मीनिंग अपना ये निकले, बट आप सेंटेंस देखो किस तरीके नाल चेंज किया है। पहले तो आप एक लाइन अपने वालों पा दी कि वाइल अदर हैव कन्फ्लिक्टिंग व्यूज़ एंड ओपाइन दैट, तुसीं बोथ व्यूज़ ऐसे में लाइन पा सकते हो, क्योंकि अपन पता है कि एक व्यू नाल दूसरा व्यू डिफरेंट ही होंदा है। तो तुसीं ये जिहड़ी हर एक बोथ व्यूज़ ऐसे में पा सकते हो, कोई भी स्टेटमेंट होवे तुहाडे कोले। तो आप हुण लिखता कि कॉलेजिस नूं सिर्फ उही जिहड़े टीच करने चाहिए है यूजफुल सबजैक्ट सच एज साइंस एंड टैक्नोलॉजी। हुण साइंस एंड टैक्नोलॉजी तुसीं सेम लिखोगे। ठीक है, इन ऑर्डर टू बी सक्सैसफुल इन द फ्यूचर, इन ऑर्डर टू अपने को कंपलैक्स सेंटेंस है, टू सक्सैसफुल इन द फ्यूचर। उस तो बाद अपने को इत्थों तक रीफ्रेज होगी कि फ्यूचर के सक्सैसफुल होने के लिए कि उन्होंने टैक्नोलॉजी एंड साइंस बारे स्टडी करना चाहिए, या कॉलेजिस नूं टीच करना चाहिए इसके बारे। ठीक है, ये अपनी फुल रीफ्रेज होगी। हुण आपां तीसरी लाइन देवांगे, तीसरी लाइन अपना ओपीनियन नहीं ऐड करना, कनकलूजन ऐड करांगे। दिस ऐसे विल आर्टिकुलेट बोथ व्यूज़ अलॉन्ग विद माई परसपैक्टिव। ठीक है, कि ये जिहड़ा ऐसे हैगा दोनों व्यूज़ नूं आर्टिकुलेट करेगा, डिस्कस करेगा एंड की मेरे परसपैक्टिव दे नाल करेगा। ठीक है, और तुसीं अपना परसपैक्टिव कनकलूजन दे विच दे देना है। ये होगी अपने को रीफ्रेज। देखो आप पैसिव सेंटेंस जिहड़े वर्ड्स से अपन सिनोनिम पता सी वो आप ऐड कर दिते हैं। ठीक है, उस तो बाद आप एक पैसिव ऐड कर दिता, एक कंपलैक्स ऐड कर दिता, मतलब वेरीएशन की भी कोई प्रॉब्लम नहीं रही और वकैब की भी कोई प्रॉब्लम नहीं रही। मेन की अपनी चैक किया जाता है, देखो एक तो टास्क रिस्पोंस चैक किया जाता है जो भी आप टास्क लिखते हैं। ठीक है, एक टास्क रिस्पोंस अपना इंपॉर्टेंट होंदा और वकैब होंदी है एंड वेरीएशन होंदियां। ठीक है, टास्क रिस्पोंस का मतलब है अपना कि आइडियाज़ तुसीं रिलेवेंट लिखते हो, वो तो हले आप जिहड़ी यही की हैगी है। ठीक है, इंट्रो ही पहला आप इंट्रो की गल करें कि अपनी इंट्रो जी वधिया बनी है टास्क के अकॉर्डिंग। ठीक है, तो टास्क रिस्पोंस के की जस्ट आप यही दसना सी कि आप ओपीनियन नहीं मैंशन करना, तो आप नहीं किया। ठीक है, इस हिसाब नाल कि अपनी जी रीफ्रेज हैगी आ अपनी इंट्रो हैगी आ उन्हें टास्क रिस्पोंस कंप्लीट कर लिया। ठीक है, उस तो बाद आप गल की हैगी आ वकैब की। ठीक है, वकैब जिहड़े वर्ड्स का पता सी आप कितना चेंज कर दिते। ठीक है, जिद्दां हुण आप लाइन लिखी है कॉन्फ्लिक्टिंग व्यूज़, इन्हें भी काफ़ी कवर कर दिता। आप यूनीवर्सिटी नूं कॉलेजिस लिख दिता, टैटरी लेवल लिख दिता। ठीक है, इदां दे वर्ड्स के नाल की अपना चेंज हो गया फेवरेट कोर्स, इदां दे वर्ड जिहड़े आप ऐड किए वकैब का पार्ट इहदे नाल कवर हो गया। उस तो बाद थर्ड नंबर पर सी अपनी वेरीएशन। ठीक है, वेरीएशन भी आप एक कंपलैक्स पा दिता, एक पैसिव पा दिता। मीनस कि जो अपनी रीफ्रेज तीसरी लाइन है वो कंप्लीट है और फुली जिहड़ी की एलैबोरेट की हुई है वेरीएशन वकैब के नाल। ठीक है, उस तो बाद नैक्सट आप गल करनी हैगी BP1 की। हुण BP1 के जिहड़ा सैकेंड पॉइंट है ना उन्होंने तुसीं भुल जाओ, एक बार जस्ट फर्स्ट ते मतलब गौर करो और उन्होंने ही तुसीं एलैबोरेट करना। मतलब की है कि क्यों लोग ये सोचते हैं कि स्टूडेंट्स नूं जो उन्होंने पसंद है वो की पढ़ लेना चाहिए। ठीक है, पहले आप इसकी गल करते हैं। ओके, BP1 स्टार्ट करते हैं। ठीक है, BP1 अपनी बेसिक लाइन टास्क स्टेटमेंट एलैबोरेशन एग्जाम्पल एंड रिजल्ट पाने होंगे। एग्जाम्पल तुसीं दोनों BPs के एक भी पा सकते हैं, बट एटलीस्ट एक एग्जाम्पल जरूर होनी चाहिए थोड़े ऐसे दे विच। ठीक है, और जे तुसीं एक दे विच एक एग्जाम्पल पा रहे हो फिर आइडियाज़ दो दे दिओ। ठीक है, मतलब कि जिहड़ी लेंथ है अपनी वो इक्वल रहे दोनों BPs की। टू बिगिन विद स्टार्टिंग ਦੇ ਵਿੱਚ कनैक्टर लगा दिता। टू बिगिन ਜਿਹੜੇ कनैक्टर्स ने वो बहुत इंपॉर्टेंट रोल प्ले करते हैं ਤੁਹਾਡੇ ਐਸੇ ਦੇ ਵਿੱਚ। ठीक है, ये चीज़ पूरा क्लीयर कर ਦਿੰਦੇ ਹੈਗੇ। देखो जिदा ਹੁਣ ਆਪਾਂ इंट्रो ਦੇ ਵਿੱਚ लगाया ਸੀ ना, ਇੱਥੇ कनैक्टर लगाया ਸੀ ਆਪਾਂ वाइल। ठीक है, वाइल ने ये चीज़ क्लीयर कर दी कि ਜਿਹੜੀ ਉੱਪਰ ਲਾਈਨਾਂ ਲਿਖੀਆਂ ਉਸ ਤੋਂ ਉਲਟ ਹੋਣਗੀਆਂ ਨੀਚੇ ਵਾਲੀਆਂ। ठीक है, मतलब कॉन्ट्राडिक्ट है। ਤਾਂ ਜਿਹੜੇ ਆਪਣੇ कनैक्टर है वो बहुत ही ਵਧੀਆ मतलब कि रोल प्ले करते हैं अपने ਐਸੇ ਦੇ ਵਿੱਚ। और ट्राई करिया करो ਤੁਸੀਂ कनैक्टर यूज़ करो ਐਸੇ ਦੇ ਵਿੱਚ, कनैक्टिविटी लैके आउंदी और कल्ली कल्ली गल क्लीयर हो जाती एग्जामिनर ਨੂੰ ਜਦੋਂ ਤੁਹਾਡਾ ਐਸੇ पढ़ता है। ठीक है,
ਹੁਣ टू बिगिन विद लगाया मीनस कि स्टार्ट कर लगे हैं BP1 ठीक है। देर आर सैवरल रीजनस वाई लर्नर्स देखो हुण वाई वाला जिहड़ा अपने कोल क्वेश्चन फॉर्म होंदी आ मेक श्योर पहला जदों भी तुसीं अपनी राइटिंग इंप्रूव करना चाहुंदे आ तां वेरीएशन कलैक्ट करो जिन्नियां भी वेरीएशन आ अपनी जस्ट की आ 1 वीक दे विच हो जांदियां जिन्नियां भी वेरीएशन है कि अगर तुसीं 30 to 40 मिनट भी डेली लगाने हो ठीक है तो पहला ट्राई करो वेरीएशन तुसीं चंगी तरह क्लीयर कर लो तुहानूं हर एक सेंटेंस बनाउण दा पता होवे ठीक है। उस तरीके दे नाल अगर तुहानूं वेरीएशन पता चल जाणगीਆਂ फिर अपने आप ही अपना माइंड सैट हो जांदा तुसीं अपने आप ही सेंटेंस बनाउण लग जाओगे कि इत्थे ये वाला सेंटेंस बन सकदा इत्थे ये वाला ठीक है। ਆਪਾਂ लिखिया देर आर सैवरल रीजनस वाई लर्नर शुड बी इनकरेज टू फॉलो देयर इंटरस्ट कि क्यों मतलब कि उन्होंने इनकरेज करना चाहिए हैगा कि वो अपना इंटरस्ट ही फॉलो करन मतलब अपने फेवरेट सबजैक्ट ही फॉलो करन ठीक है। फर्स्ट एंड फॉरमोस्ट इज़ किया बैटर करियर अपॉर्चुनिटीज़ तो आप मेन दे दिता कि अगर अपना वो इंटरस्ट फॉलो करनगे अपने फेवरेट सबजैक्ट ही पढ़नगे तो यदा की बैनीफिट होगा करियर अपॉर्चुनिटीज़ है ठीक है। उन्होंने ज़्यादा वधिया अपॉर्चुनिटीज़ होणगियां वो किद्दां होणगियां वो आपां दस्सांगे एलैबोरेशन दे विच। टू एलैबोरेट इट ठीक है ये कनैक्टर लगा दिता भी मतलब इन्हूं होर डीपली जां होर वर्ड्स दे विच मैं इहनूं डिस्कस कर लगा है ठीक है। टू एलैबोरेटेड लगाने तो बाद तुसीं कॉमा जो भी कनैक्टर यूज़ करते हो उस तो बाद कॉमा लगाने होने। इफ पीपल फाइंड पैशन अबाउट वन सबजैक्ट एंड ग्रो अप देयर नॉलेज इन यूनीवर्सिटी एजुकेशन then they will more likely to have good career perspective when they finish their education। ਕਹਿੰਦੇ ਕਿ अगर ਜਿਹੜੇ ਹੈਗੇ कोई पर्सन है वो एक अपना पैशन एक सबजैक्ट ਦੇ ਵਿੱਚ ਦਿਖਾਉਂਦਾ ਜਾਨੀ कि कोई ज़्यादा है ना एक सबजैक्ट ਦੇ ਵਿੱਚ ਵਧੀਆ ਤਾਂ ਆਪਣੀ ਉਹ ਐਜੂਕੇਸ਼ਨ ਵੀ ਉਸ ਦੇ ਬਿਹਾਫ 'ਤੇ ਹੀ ਕੰਪਲੀਟ ਕਰਦਾ ਹੈਗਾ ਤੇ ਜਦੋਂ ਆਪਣੀ ਐਜੂਕੇਸ਼ਨ ਕੰਪਲੀਟ ਕਰੇਗਾ ਤਾਂ ਉਹਦੇ ਕੋਲ ਜ਼ਿਆਦਾ ਕਰੀਅਰ ਪਰਸਪੈਕਟਿਵ ਹੋਣਗੇ। ਦੇਖੋ ਅਗਰ ਜੇ ਕੋਈ ਆਰਟ ਦੇ ਵਿੱਚ ਬਹੁਤ ਜ਼ਿਆਦਾ ਜਾਨੀ ਕਿ ਉਹਦਾ ਪੈਸ਼ਨ ਹੈ ਇੰਟਰਸਟ ਹੈ ਠੀਕ ਹੈ ਆਰਟਸ ਦੇ ਟੂਵਰਡ ਤਾਂ ਦੈਨ ਕਿ ਜਦੋਂ ਆਪਣੀ ਸਾਰੀ ਉਹਨੇ ਸਟੱਡੀ ਹੀ ਉਸ ਚੀਜ਼ 'ਤੇ ਕੰਪਲੀਟ ਕੀਤੀ ਹੈ ਤਾਂ ਡੈਫੀਨੇਟਲੀ ਜਦੋਂ ਉਹ ਬਾਅਦ ਵਿੱਚ ਕਰੇਗਾ ਤਾਂ ਉਹਦੀਆਂ ਜ਼ਿਆਦਾ ਵਧੀਆ ਕਰੀਅਰ ਓਪਰਚੁਨਿਟੀਜ਼ ਹੋਣੀਆਂ ਕਿਉਂਕਿ ਉਸ ਚੀਜ਼ ਦੇ ਵਿੱਚ ਉਹਦਾ ਇੰਟਰਸਟ ਹੈ ਐਂਡ ਉਹਨੇ अपनी नॉलेज भी उस चीज़ से ही ग्रो की है ठीक है। ये आप सेंटेंस लगा दिता कंडीशनल तो ये देखो आप क्वेश्चन फॉर्म भी लगा दी कंडीशनल सेंटेंस भी लगा दिता पैसिव भी लगा दिता कंपलैक्स भी लगा दिता। बट एक चीज़ ट्राई करनी है जो तुसी कंडीशनल सेंटेंस लगाने मेक श्योर तुसी एक एक्यूरेट वे नाल लगाओ क्योंकि काफ़ी स्टूडेंट्स की करते हैं कि वो प्रेजेंट दे विच ही लगाते हैं ठीक है प्रेजेंट च कंडीशन पा देंगे एंड प्रेजेंट च ही रिजल्ट पाते हैं। कंडीशनल सेंटेंस अपने को 3 टाइप्स के होंगे आ जिन्हों के अपने को फर्स्ट वाला पास्ट और प्रेजेंट के बनता होंगे। फर्स्ट पार्ट कंडीशन जी है प्रेजेंट या पास्ट में लगती होंगी है बट जो रिजल्ट आ वो अपने को फ्यूचर के आउंदा हुंदा जिद्दां आपां इत्थे लगाया दे विल मोर लाइकली ठीक है इहदा रिजल्ट है दैट मीनस कि फ्यूचर के आएगा। इस तरीके नाल जिहड़ी कंडीशन एक एक्यूरेट वे नाल लगाया करो। उस तो बाद अपने को आ गई एग्जाम्पल ठीक है। फॉर एग्जाम्पल अ सर्वे वॉज कंडक्टेड बाय BBC न्यूज़ चैनल फाउंड दैट कि एक जो सर्वे आ BBC न्यूज़ चैनल वालों फाउंड किया गया है कि लर्नर्स हू हैव ग्रेट इंटरस्ट टूवर्ड देयर जॉब ਜਿਹੜੇ लर्नर्स का की ग्रेट इंटरस्ट होंगे अपनी जॉब के आर मोर सक्सैसफुल एज कंपेयर टू अदर वो ज़्यादा सक्सैसफुल होंगे आ ठीक है। अगर अपन एक सबजैक्ट की कोई ज़्यादा नॉलेज आप उस ही ग्रो कर रहे हो उस फील्ड के ही तो वो डेफिनेटली आप ज़्यादा बंदा सक्सैसफुल होंगे ठीक है उस परसन के नालों जिहदा की आ जिसने एक सबजैक्ट के नहीं इंटरस्ट दिता और वक्रे वक्रे सबजैक्ट स्टडी किए हैं ठीक है उस चीज़ का एज कंपेयर टू अपने को कंपलैक्स सेंटेंस है ठीक है। तो जो आप कंपैरिजन करते होंगे उदों लगाने होंगे। उस तो बाद अपने को आ गया एज अ रिजल्ट एज अ रिजल्ट दे विल हैव मोर एम्पलॉयमेंट पॉसिबिलिटीज़ इन द नियर फ्यूचर ठीक है कि एम्पलॉयमेंट रोजगार होगा उन्होंने को ज़्यादा। देखो जॉब वर्क अपॉर्चुनिटीज़ ठीक है करियर परसपैक्टिव एंड एम्पलॉयमेंट ये सिनोनिम ने ठीक है एक दा तो ये थोड़ी वकैब कवर होंगी आ तो इस छोटे छोटे वर्ड्स के नाल तुसीं जिहड़ी अपनी वकैब कवर कर सकते हैं। तो इस तरीके नाल जिहड़ी अपनी वकैब इंप्रूव होंगी वकैब के लिए कोई थोड़ा ज़्यादा नहीं हैगा कि अपन कोई सीखनी पएगी पढ़नी पएगी इदा नहीं होंदा छोटे छोटे वर्ड्स तुसीं ऐड करते जाओगे वकैब का पार्ट कवर होंदा जांदा है ठीक है। ये हो गया BP1 जिहदे आप ये रीजन दसिया क्यों लोग ये चीज़ सोचते हैं कि उन्होंने अपने इंटरस्ट के अकॉर्डिंग ही पढ़ना चाहिए है ठीक है। हुण दसांगे कि क्यों साइंस एंड टैक्नोलॉजी ही पढ़नी जरूरी है ठीक है वो BP2 च गल करांगे। पहला तो एक बेसिक लाइन दसती है ताकि एग्जामिनर को क्लीयर हो जाए कि हुण आपां दूसरे व्यू पॉइंट वाले चले हैं जिहड़ा लोगों का दूसरा ठीक है। शिफ्टिंग टूवर्ड्स अनदर व्यू पॉइंट ऑफ पीपल सम इंडिविजुअल क्लेम दैट ठीक है हुण उस व्यू वाली मतलब अनदर व्यू पॉइंट है जिहड़ा लोगों का उहदे वाली शिफ्ट करन जा रहे हैं कि कुछ लोग क्लेम करते हैं की क्लेम करते हैं ओनली सम सबजैक्ट प्ले वाइटल रोल इन सोसाइटी इन द फ्यूचर ठीक है कि कहते कुछ ही सबजैक्ट आ जिहड़ा कि इंपॉर्टेंट है फ्यूचर के लिए सोसाइटी के लिए इन फ्यूचर दे विच की है उही कुछ सबजैक्ट आ जिहड़े कि इंपॉर्टेंट है। क्यों बिकॉज मॉडर्न जनरेशन इज़ बेस्ड ऑन आर्टिफिशियल इंटैलीजेंसी क्योंकि जी मॉडर्न जनरेशन हैगी आ वो की आ आर्टिफिशियल इंटैलीजेंसी ते ही मतलब बेस है दैट्स वाई की आ
कुछ सबजैक्ट ही है ਜਿਹੜੇ ਇੰਪੋਰਟੈਂਟ ਨੇ, ਮਤਲਬ ਸਟੂਡੈਂਟਸ ਨੂੰ ਉਹੀ ਪੜ੍ਹਨੇ ਚਾਹੀਦੇ ਨੇ। ਉਸ ਤੋਂ ਬਾਅਦ ਟੂ ਐਕਸਪਲੇਨ ਇਟ, ਮੇਕ ਸ਼ੋਰ ਜੋ ਕਨੈਕਟਰਸ ਤੁਸੀਂ BP1 ਦੇ ਵਿੱਚ ਲਗਾ ਦਿੱਤੇ BP2 'ਚ ਨਾ ਲੱਗਣ, ਉਹਨਾਂ ਤੋਂ ਡਿਫਰੈਂਟ ਲਗਾਉਣੇ ਆ, ਠੀਕ ਹੈ। ਜਿੱਦਾਂ ਆਪਾਂ ਕੋਈ ਆਈਡੀਆ ਨਹੀਂ ਰਿਪੀਟ ਕਰਦੇ ਹੁੰਦੇ, ਵਕੈਬ ਵਰਡ ਨਹੀਂ ਰਿਪੀਟ ਕਰਦੇ, ਉੱਦਾਂ ਹੀ ਆਪਾਂ ਜਿਹੜੇ ਕੀ ਹੈ ਇਹ ਨਹੀਂ ਕਰਦੇ। ਔਰ ਇੱਕ ਇਹਦਾ ਇਹ ਵੀ ਬੈਨੀਫਿਟ ਹੈ ਆਪਾਂ ਨੂੰ ਕਿ ਜੋ ਤੁਸੀਂ ਕਨੈਕਟਰ ਯੂਜ਼ ਕਰਦੇ ਹੋ ਡਿਫਰੈਂਟ ਕਨੈਕਟਰ ਯੂਜ਼ ਕਰ ਸਕਦੇ, ਇਹ ਤੁਹਾਡਾ ਵਕੈਬ ਦਾ ਪਾਰਟ ਕਵਰ ਕਰ ਦਿੰਦਾ ਹੈ, ਠੀਕ ਹੈ। ਟੈਕਨੋਲੋਜੀ ਐਂਡ ਸਾਇੰਸ ਆਰ ਇੰਪੋਰਟੈਂਟ ਚੈਪਟਰ ਆਫ ਸਟੱਡੀ ਇਨ ਆਰਡਰ ਟੂ ਸਰਵਾਈਵ ਇਨ ਦਿਸ ਟੈਕਨੀਕਲ ਐਰਾ। ਹੁਣ ਦੇਖੋ ਆਪਾਂ ਪਹਿਲੀ ਲਾਈਨ ਦੇ ਵਿੱਚ ਇਹ ਕਲੀਅਰ ਕਰ ਦਿੱਤਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ 'ਤੇ ਬੇਸਡ ਹੈ ਅੱਜ ਕੱਲ੍ਹ ਦੀ ਜਨਰੇਸ਼ਨ, ਅਤੇ ਐਕਸਪਲੇਨ ਇਹ ਕਰ ਦਿੱਤਾ ਕਿ ਜਿਹੜਾ ਟੈਕਨੋਲੋਜੀ ਐਂਡ ਸਾਇੰਸ ਹੀ ਆ, ਆਪਾਂ ਮੇਨ ਟੈਕਨੋਲੋਜੀ ਐਂਡ ਸਾਇੰਸ ਨੂੰ ਲੈ ਕੇ ਚੱਲਾਂਗੇ ਕਿਉਂਕਿ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਮੈਂਸ਼ਨ ਹੈ, ਠੀਕ ਹੈ, ਕਿ ਜਿਹੜਾ ਟੈਕਨੋਲੋਜੀ ਐਂਡ ਸਾਇੰਸ ਹੀ ਪੜ੍ਹਨਾ ਜ਼ਰੂਰੀ ਆ। ਆਪਾਂ ਲਿਖਤਾ ਇਨ ਆਰਡਰ ਟੂ, ਆਪਣੇ ਕੋਲ ਕੰਪਲੈਕਸ ਸੈਂਟੈਂਸ ਹੈ ਕਿ ਇਨ ਦਿਸ ਟੈਕਨੀਕਲ ਐਰਾ, ਜਿਹੜਾ ਇਹ ਅੱਜ ਕੱਲ੍ਹ ਦਾ ਟੈਕਨੋਲੋਜੀ ਦਾ ਐਰਾ ਨਾ, ਉਹਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ ਪੜ੍ਹਨਾ ਹੀ ਜ਼ਰੂਰੀ ਆ ਅਗਰ ਆਪਾਂ ਸਰਵਾਈਵ ਕਰਨਾ ਚਾਹੁੰਦੇ ਹਾਂ ਇਸ ਐਰਾ ਦੇ ਵਿੱਚ, ਠੀਕ ਹੈ। ਇਹ ਚੀਜ਼ ਆਪਾਂ ਦੱਸ ਦਿੱਤੀ। ਉਸ ਤੋਂ ਬਾਅਦ ਫੋਰ ਐਗਜ਼ਾਮਪਲ ਇਟ ਇਜ਼ ਇੰਪੋਰਟੈਂਟ ਟੂ ਅਪਡੇਟਡ ਵਿਦ ਨਿਊ ਟੈਕਨੋਲੋਜੀ। ਦੇਖੋ ਕੋਈ ਸਰਵੇ ਪ੍ਰੈਡਿਕਸ਼ਨ ਜੋ ਮਰਜ਼ੀ ਜਿੱਦਾਂ ਦੀ ਮਰਜ਼ੀ ਐਗਜ਼ਾਮਪਲ ਤੁਸੀਂ ਐਡ ਕਰ ਸਕਦੇ ਆ ਕਿ ਇਹ ਇੰਪੋਰਟੈਂਟ ਆ ਅਪਡੇਟਡ ਰਹਿਣਾ ਵਿਦ ਨਿਊ ਟੈਕਨੋਲੋਜੀ ਟੂ ਗੈਟ ਜੋਬਸ ਇਨ ਦਿਸ ਮਾਡਰਨ ਐਰਾ। ਤਾਂ ਆਪਾਂ ਕਹਿ ਸਕਦੇ ਕਿ ਅਗਰ ਟੈਕਨੋਲੋਜੀ ਦੀ ਨੌਲੇਜ ਨਹੀਂ ਤਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਡਿਫੀਕਲਟ ਹੈ ਜੋਬ ਫਾਈਂਡ ਕਰਨਾ। ਦੈਟਸ ਵਾਈ ਕੀ ਆ ਅਪਡੇਟਡ ਰਹਿਣਾ ਨਿਊ ਟੈਕਨੋਲੋਜੀ ਦੇ ਨਾਲ ਬੈਨੀਫਿਸ਼ੀਅਲ ਆ ਅਗਰ ਆਪਾਂ ਜੋਬਸ ਲੈਣਾ ਚਾਹੁੰਦੇ ਹਾਂ ਇਸ ਮਾਡਰਨ ਐਰਾ ਦੇ ਵਿੱਚ, ਠੀਕ ਹੈ। ਉਸ ਤੋਂ ਆਪਾਂ ਲਗਾਇਆ ਅੱਗੇ ਹੈਂਸ ਕੰਪਿਊਟਰ ਟੈਕਨੋਲੋਜੀ ਐਜ਼ ਵੈਲ ਐਜ਼ ਸਾਇੰਸ ਆਰ ਬੈਨੀਫਿਸ਼ੀਅਲ ਫॉर ਲਰਨਰਸ, ਠੀਕ ਹੈ, ਕਿ ਜਿਹੜੇ ਕੰਪਿਊਟਰ ਐਂਡ ਟੈਕਨੋਲੋਜੀ ਆ ਉਹ ਬੈਨੀਫਿਸ਼ੀਅਲ ਹੈ ਲਰਨਰਸ ਦੇ ਲਈ, ਠੀਕ ਹੈ, ਟੂ ਗੈਟ ਬੈਟਰ ਜੋਬ ਓਪਰਚੁਨਿਟੀਜ਼ ਲਿਖ ਦਿਓ, ਸਮਥਿੰਗ ਕੁਛ ਵੀ ਲਿਖ ਦਿਓ ਜਾਂ ਫਿਰ ਸਿੰਪਲੀ ਇੱਦਾਂ ਵੀ ਕਰ ਸਕਦੇ ਹਾਂ, ਠੀਕ ਹੈ। ਐਜ਼ ਵੈਲ ਐਜ਼ ਸਾਇੰਸ ਆਰ ਬੈਨੀਫਿਸ਼ੀਅਲ ਫॉर ਲਰਨਰਸ। ਦੇਖੋ ਲਰਨਰ ਸਟੂਡੈਂਟਸ ਚਿਲਡਰਨ, ਠੀਕ ਹੈ, ਤਾਂ ਇਹ ਜਿਹੜੇ ਆਪਣੇ ਕੋਲੇ ਵਰਡ ਹੈਗੇ ਆ ਸਿਨੋਨਿਮ ਨੇ, ਠੀਕ ਹੈ। ਤਾਂ ਇਹ ਹੋ ਗਿਆ ਆਪਣਾ BP2 ਦੇ ਵਿੱਚ ਇਹ ਚੀਜ਼ ਦੱਸ ਦਿੱਤੀ ਹੈ ਕਿ ਕਿਉਂ ਜਿਹੜੇ ਆਪਣੇ ਹੈਗੇ ਆ ਸਾਇੰਸ ਔਰ ਟੈਕਨੋਲੋਜੀ ਇੰਪੋਰਟੈਂਟ ਹੈ, ਠੀਕ ਹੈ। ਸਾਇੰਸ ਟੈਕਨੋਲੋਜੀ ਕਿਉਂ ਇੰਪੋਰਟੈਂਟ ਹੈ ਕਿਉਂਕਿ ਟੈਕਨੀਕਲ ਐਰਾ ਹੈ ਔਰ ਆਪਾਂ ਜੇ ਸਰਵਾਈਵ ਕਰਨਾ ਚਾਹੁੰਦੇ ਹਾਂ ਤਾਂ ਟੈਕਨੋਲੋਜੀ ਦੇ ਨਾਲ ਅਪਡੇਟਡ ਰਹਿਣਾ ਜ਼ਰੂਰੀ ਹੈ, ਠੀਕ ਹੈ। ਇਹ ਚੀਜ਼ ਆਪਾਂ ਗੱਲ ਕਰ ਦਿੱਤੀ ਹੈਗੀ ਹੈ ਸੈਕਿੰਡ BP ਦੇ ਵਿੱਚ। ਹੁਣ ਆਪਾਂ ਇਹਦਾ ਕਨਕਲੂਜਨ ਦੇਵਾਂਗੇ। ਦੇਖੋ ਆਪਣਾ ਟਾਸਕ ਰਿਸਪੌਂਸ ਦੀ ਗੱਲ ਕੀਤੀ ਸੀ ਮੈਂ ਪਹਿਲਾਂ, ਠੀਕ ਹੈ। ਹੁਣ ਦੇਖੋ ਆਪਾਂ ਜਿਹੜੀ ਵੇਰੀਏਸ਼ਨ ਉਹ ਤਾਂ ਨਾਲ ਦੀ ਨਾਲ ਆਪਾਂ ਟਰਾਈ ਕਰੀ ਗਏ, ਠੀਕ ਹੈ। ਕੁਐਸਚਨ ਫਾਰਮ ਵੀ ਲਾ ਦਿੱਤੀ, ਕੰਪਲੈਕਸ ਵੀ ਲਗਾ ਦਿੱਤੇ, ਪੈਸਿਵ ਜਿਹੜੇ ਆਪਾਂ ਨੂੰ ਸੀ ਹੈ ਨਾ ਉਹ ਲਗਾ ਦਿੱਤੇ, ਕੰਡੀਸ਼ਨਲ ਵੀ ਲਗਾ ਦਿੱਤੇ। ਹੁਣ ਇਹ ਤਾਂ ਹੋ ਗਈ ਆਪਣੀ ਵੇਰੀਏਸ਼ਨ ਵੀ ਕਵਰ ਹੋ ਗਈ ਔਰ ਵਕੈਬ ਦਾ ਪਾਰਟ ਵੀ ਆਪਾਂ ਨਾਲ ਦੀ ਨਾਲ ਕਵਰ ਕਰੀ ਗਏ, ਜੋ ਵਰਡਸ ਦਾ ਪਤਾ ਸੀ ਆਪਾਂ ਲਿਖਦੇ ਗਏ, ਠੀਕ ਹੈ। ਹੁਣ ਆਪਣੇ ਕੀ ਆ ਟਾਸਕ ਰਿਸਪੌਂਸ ਵੱਲ ਵੇਖਣਾ ਹੈ ਨਾ। ਟਾਸਕ ਰਿਸਪੌਂਸ ਕੀ ਸੀ ਆਪਣਾ, ਇੱਥੋਂ ਪਤਾ ਚੱਲੇਗਾ ਟਾਸਕ ਰਿਸਪੌਂਸ, ਠੀਕ ਹੈ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਨ ਓਪੀਨੀਅਨ। ਅਗਰ ਤੁਸੀਂ ਕੁਐਸਚਨ ਦਾ ਫੁੱਲ ਰਿਪਲਾਈ ਕੀਤਾ ਦੈਟ ਮੀਨਸ ਤੁਹਾਡਾ ਟਾਸਕ ਰਿਸਪੌਂਸ ਹੈ, ਠੀਕ ਹੈ। ਔਰ ਆਈਡੀਆਸ ਰਿਲੇਵੈਂਟ ਹੋਣ। ਹੁਣ ਆਈਡੀਆਸ ਤਾਂ ਰਿਲੇਵੈਂਟ ਹੀ ਹੈ ਜੋ ਆਪਾਂ ਨੂੰ ਸੀਗਾ, ਠੀਕ ਹੈ। ਪੁਆਇੰਟ ਦਿੱਤੇ ਸੀਗੇ ਬੋਥ ਵਿਊਜ਼ ਦੇ ਵਿੱਚ, ਆਈਡੀਆਸ ਤਾਂ ਰਿਲੇਵੈਂਟ ਹੀ ਹੁੰਦੇ ਕਿਉਂਕਿ ਆਪਾਂ ਨੂੰ ਆਲਰੇਡੀ ਆਈਡੀਆ ਦਿੱਤਾ ਗਿਆ ਹੁੰਦਾ, ਆਪਾਂ ਜਸਟ ਰੀਜ਼ਨ ਹੀ ਦੱਸਣਾ ਹੁੰਦਾ ਉਹਦੇ ਵਿੱਚ, ਠੀਕ ਹੈ। ਡਿਸਕਸ ਬੋਥ ਦੀਸ ਵਿਊਜ਼, ਹੁਣ ਇਹਨਾਂ ਦੋਨਾਂ ਵਿਊਜ਼ ਨੂੰ ਡਿਸਕਸ ਕਰਦੇ ਤਾਂ ਆਪਣੇ ਹਾਫ ਕੁਐਸਚਨ ਦਾ ਰਿਪਲਾਈ ਹੋ ਗਿਆ। ਹੁਣ ਜਸਟ ਕੀ ਆਪਣੇ ਕੋਲ ਗਿਵ ਯੂਅਰ ਓਨ ਓਪੀਨੀਅਨ, ਹੁਣ ਆਪਣਾ ਓਪੀਨੀਅਨ ਦੇਣਾ। ਅਗਰ ਆਪਾਂ ਆਪਣਾ ਓਪੀਨੀਅਨ ਦਿੱਤਾ ਫੁੱਲ ਆਪਣੀ ਜਿਹੜੇ ਟਾਸਕ ਅਚੀਵਮੈਂਟ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਨਕਲੂਜਨ ਦੀ। ਟੂ ਕਨਕਲੂਡ ਇਟ, ਪਹਿਲਾਂ ਕਨੈਕਟਰ ਲਗਾ ਦਿੱਤਾ। although yet ਵਾਲਾ ਸੈਂਟੈਂਸ ਆਪਣੇ ਕੋਲੇ ਕੰਪਲੈਕਸ ਹੈ, ਠੀਕ ਹੈ। although both points have their own positive aspects, ਠੀਕ ਹੈ। ਚਾਹੇ ਉਹ ਕਹਿੰਦੇ ਦੋਨੋਂ ਵਿਊਜ਼ ਦੇ ਆਪਣੇ ਹੀ ਪੋਜ਼ੀਟਿਵ ਅਸਪੈਕਟ ਨੇ, ਯੈਟ ਆਈ ਐਮ ਵੈਰੀ ਕਨਵਿੰਸਡ ਦੈਟ, ਪਰ ਫਿਰ ਵੀ ਮੈਂ ਇਹ ਚੀਜ਼ ਕਨਵਿੰਸਡ ਕਰਦਾ ਮੰਨਦਾ ਹੈ ਸਟੱਡੀ ਇੰਟਰਸਟਿੰਗ ਸਬਜੈਕਟ ਇਜ਼ ਮੋਰ ਬੈਨੀਫਿਸ਼ੀਅਲ ਫॉर ਸਟੂਡੈਂਟਸ ਐਜ਼ ਕੰਪੇਅਰ ਟੂ ਲੇਟਰ ਵਿਊ, ਠੀਕ ਹੈ। ਕਿ ਉਹ ਕੀ ਕਹਿੰਦੇ ਹੈਗੇ ਆ ਕਿ ਜ਼ਿਆਦਾ ਮੈਂ ਇਹ ਚੀਜ਼ ਮੰਨਦਾ ਕਿ ਆਪਣੇ ਫੇਵਰੇਟ ਇੰਟਰਸਟਿੰਗ ਸਬਜੈਕਟ ਪੜ੍ਹਨਾ ਬੈਨੀਫਿਸ਼ੀਅਲ ਹੈ ਸਟੂਡੈਂਟਸ ਦੇ ਲਈ ਐਜ਼ ਕੰਪੇਅਰ ਟੂ ਲੇਟਰ ਵਿਊ। ਲੇਟਰ ਵਿਊ ਕਿਹੜਾ, ਜਿਹੜਾ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਨਹੀਂ ਸਾਇੰਸ ਐਂਡ ਟੈਕਨੋਲੋਜੀ ਹੀ ਪੜ੍ਹਨੀ ਜ਼ਰੂਰੀ ਹੈ, ਠੀਕ ਹੈ। ਤਾਂ ਇਹ ਚੀਜ਼ ਆਪਾਂ ਇੱਥੇ ਲਿਖ ਦਿੱਤੀ ਹੈ, ਠੀਕ ਹੈ। ਔਰ ਤੁਸੀਂ ਲੇਟਰ ਵਿਊ ਦੀ ਜਗ੍ਹਾ 'ਤੇ 10 ਵੀ ਦੱਸ ਸਕਦੇ ਹੋ ਸਾਇੰਸ ਔਰ ਟੈਕਨੋਲੋਜੀ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਕਨਕਲੂਜਨ ਲਿਖ ਦਿੱਤਾ। ਬਸ ਕਨਕਲੂਜਨ 'ਚ ਆਪਾਂ ਆਪਣਾ ਪਰਸਪੈਕਟਿਵ ਐਡ ਕਰਨਾ ਸੀ, ਉਹ ਆਪਾਂ ਦੱਸ ਦਿੱਤਾ ਕਿ ਆਈ ਐਮ ਵੈਰੀ ਕਨਵਿੰਸਡ ਦੈਟ, ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਆਪਾਂ ਬੋਥ ਵਿਊਜ਼ ਕਰਦੇ ਹੁੰਦੇ ਹਾਂ, ਕਦੇ ਵੀ ਨੈਗੇਟਿਵ ਇਹਦੇ ਵਿੱਚ ਨਹੀਂ ਲੈ ਕੇ ਜਾਈਦਾ, ਠੀਕ ਹੈ। ਔਰ ਆਪਣਾ ਕਨਕਲੂਜਨ ਜਿਹੜਾ ਕੀ ਆ ਆਪਣਾ ਓਪੀਨੀਅਨ ਆ ਉਹ ਕਨਕਲੂਜਨ ਦੇ ਵਿੱਚ ਦੇਈਦਾ ਹੈ, ਠੀਕ ਹੈ। ਤਾਂ ਆਈ ਹੋਪ ਅੱਜ ਦੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ। ਥੈਂਕਸ ਫॉर ਵਾਚਿੰਗ।